ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੱਤਾ ਦੀ ਮਨਮਾਨੀਆਂ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਦਿੱਲੀ ਹਾਈ ਕੋਰਟ ਵੱਲੋਂ ਪਿਛਲੇ ਦਿਨੀ ਜਿਹੜਾ ਸੀ ਦਿੱਲੀ ਦੰਗਿਆਂ ਵਿੱਚ ਨਾਮਜ਼ਦ 3 ਵਿਦਿਆਰਥੀਆਂ ਦੀ ਜ਼ਮਾਨਤ ਅਰਜੀ ਮਨਜ਼ੂਰ ਕੀਤੀ ਗਈ ਸੀ। ਇਸ ਜ਼ਮਾਨਤ ਅਰਜੀ ਮਨਜ਼ੂਰ ਕਰਨ ਨੂੰ 3 ਦਿਨ ਬੀਤ ਚੁੱਕੇ ਨੇ, ਪਰ ਹਲੇ ਤੱਕ ਪੁਲਿਸ ਵੱਲੋਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ, ਜਿਸ ਤੇ ਅੱਜ ਦਿੱਲੀ ਹਾਈ ਕੋਰਟ ਨੇ ਮੁੜ ਹੇਠਲੀ ਅਦਾਲਤ ਨੂੰ ਜਿਹੜਾ ਹੈਗਾ ਉਸ 'ਤੇ ਕਾਰਵਾਈ ਕਰਨ ਦੇ, ਪੈਰਵੀ ਕਰਨ ਦੇ ਜਿਹੜੇ ਹੈਗੇ ਹੁਕਮ ਦਿੱਤੇ ਨੇ ਤੇ ਦਖਲ ਦਿੱਤਾ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਸੀ, ਪੁਲਿਸ ਨੇ ਉਹਨਾਂ ਨੂੰ ਜ਼ਮਾਨਤ ਅਰਜੀ ਮਨਜ਼ੂਰ ਹੋਣ ਦੇ ਬਾਵਜੂਦ ਰਿਹਾ ਕਿਉਂ ਨਹੀਂ ਕੀਤਾ? ਹਾਲਾਂਕਿ ਕੇਵਲ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ, ਤਿੰਨੋਂ ਜਿਹੜੇ ਮੇਨ ਪਿਛਲੇ ਨਤਾਸ਼ਾ ਨਰਵਾਲ ਦੇ ਤਾਂ ਪਿਤਾ ਦੀ ਡੈਥ ਹੋ ਗਈ ਸੀ, ਉਦੋਂ ਵੀ ਡੈਥ ਤੋਂ ਪਹਿਲਾਂ ਬਿਮਾਰ ਸੀਗੇ, ਉਦੋਂ ਵੀ ਜ਼ਮਾਨਤ ਨਹੀਂ ਦਿੱਤੀ। ਫਿਰ ਕੇਵਲ ਸੰਸਕਾਰ ਵੇਲੇ ਥੋੜ੍ਹਾ ਬਹੁਤ ਪਰੋਲ ਜਿਵੇਂ ਕਹਿੰਦੇ ਨੇ ਕੁਛ ਦਿਨ ਦੀ ਦਿੱਤੀ, ਹਫ਼ਤੇ ਦੀ। ਅਤੇ ਦਿਵਿਆਂਗਨਾ ਕਲੇਤਰ ਨੂੰ ਵੀ ਇਹੀ ਹਾਲਤ ਸੀਗਾ, ਉਹਦੀ ਜ਼ਮਾਨਤ ਉਦੋਂ ਮਿਲੀ ਸੀ ਜਦੋਂ ਬਹੁਤ ਹੈਲਥ ਗਰਾਊਂਡ ਦੇ ਉੱਤੇ ਹੀ ਕਿਹਾ ਗਿਆ ਕਿ ਤੁਹਾਨੂੰ ਹੈਲਥ ਦਿੰਦੇ ਆ। ਅਤੇ ਦੂਸਰਾ ਉਹ ਮੁੰਡਾ ਜਿਹੜਾ ਉਹਨੂੰ ਵੀ ਇਹੀ ਹਾਲਤ ਹੋਈ। ਔਰ ਸਵਾਲ ਇਹ ਸੀਗਾ, ਉਦੋਂ ਸਭ ਤੋਂ ਬੜਾ ਕੁਐਸਚਨ ਇਹ ਪੈਦਾ ਹੋ ਰਿਹਾ ਸੀ ਕਿ ਜਿਹੜੇ ਬੰਦਿਆਂ ਨੇ ਤਾਂ ਦੰਗੇ ਭੜਕਾਉਣ ਦੇ ਲਈ ਸ਼ਬਦਾਵਲੀ ਵਰਤੀ, ਜਿਵੇਂ ਕਿੰਨੇ ਲੋਕਾਂ ਨੇ ਇਹੋ ਜਿਹੀ ਸ਼ਬਦਾਵਲੀ ਵਰਤੀ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ, ਹੋਰ ਵੱਖ-ਵੱਖ ਟਾਈਪ ਦੀ ਇਹੋ ਜਿਹੀ ਸ਼ਬਦਾਵਲੀ ਜਿਹੜੀ ਨਫ਼ਰਤ ਭਰਦੀ ਹੈ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਹੋਇਆ, ਉਹਨਾਂ ਦਾ ਤਾਂ FIR 'ਚ ਵੀ ਨਾਂ ਨਹੀਂ ਆਇਆ ਅਤੇ ਕੁਛ ਨਹੀਂ ਹੋਇਆ। ਅਤੇ ਜਿਹੜੀਆਂ ਕਾਰਵਾਂ ਨੇ ਇੱਕ ਸਟੋਰੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਜਿੱਥੇ ਦਿਖਾਇਆ ਗਿਆ ਕਿ ਕਿਵੇਂ ਲੋਕ ਇਹ ਬੋਗਸ FIRਾਂ ਪਰ ਦਰਜ ਕਰਕੇ ਜਾਂ ਦੁਬਾਰਾ ਫਿਰ FIRਾਂ ਦਰਜ ਕੀਤੀਆਂ ਗਈਆਂ ਉਹਨਾਂ ਨੂੰ ਇਨਵੋਲਵ ਕਰਨ ਦੇ ਵਾਸਤੇ। ਔਰ ਇਹਦੇ 'ਚ ਇਹ ਹੋਇਆ ਕਿ ਹਾਈ ਕੋਰਟ ਨੇ ਪਹਿਲੀ ਵਾਰ ਇਹ ਕਾਫੀ ਸਟਰੋਂਗ ਇਹਦਾ ਉਹ ਲਿਆ ਸੀ ਨੋਟਿਸ। ਉਹਦੇ 'ਚ ਕਿਹਾ ਇਹ ਗਿਆ ਸੀ ਕਿ ਜਿਹੜੇ ਤੁਸੀਂ ਇਕੱਲੇ ਤਿੰਨਾਂ ਦੀਆਂ ਅਲੱਗ-ਅਲੱਗ ਜੱਜਮੈਂਟਾਂ ਲਿਖੀਆਂ ਉਹਨਾਂ ਨੇ, ਐਮ ਨਹੀਂ ਕਿ ਇੱਕੋ ਹੀ ਜੱਜਮੈਂਟ ਸੀ, ਤਿੰਨਾਂ ਦੀਆਂ ਜੱਜਮੈਂਟਾਂ 'ਚ ਇਹ ਲਿਖਿਆ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਟੈਰਰਿਸਟ ਐਕਟੀਵਿਟੀ ਹੈ, ਅੱਤਵਾਦੀ ਗਤੀਵਿਧੀਆਂ ਨੇ, ਇਹਦਾ ਕੋਈ ਸੰਬੰਧ ਹੀ ਨਹੀਂ ਅੱਤਵਾਦੀ ਗਤੀਵਿਧੀਆਂ ਨਾਲ। ਇਸ ਲਈ ਤੁਸੀਂ ਉਹ ਲਾਈਨ ਜਿਹੜੀ ਹੈ, ਇੱਕ ਤਾਂ ਜਿਹੜੇ ਬੰਦੇ ਸਰਕਾਰ ਦੇ ਕਿਸੇ ਫੈਸਲੇ ਦੇ ਖਿਲਾਫ ਹੋ, ਉਹ ਮੇਨਲੀ ਜਿਹੜੀਆਂ ਤਿੰਨੇ ਨੇ, ਦੋਨੋਂ ਪਿੰਜਰਾ ਤੋੜਨ ਵਾਲੀਆਂ ਕੁੜੀਆਂ ਜੀ, ਅਤੇ ਇੱਕ ਉਹ ਜਿਹੜਾ ਜਾਮੀਆ ਵਾਲਾ ਦੇ ਵਿਦਿਆਰਥੀਆਂ ਨੇ ਜਿਹੜੀ ਔਰਗੇਨਾਈਜੇਸ਼ਨ ਬਣਾਈ ਸੀ ਉਹਨਾਂ ਕਰਕੇ ਸਾਨੀ, ਉਹ ਸਾਰੇ ਇਸ ਗੱਲ ਕਰਕੇ ਸੀ ਕਿ ਨਾਗਰਿਕ ਸੋਧ ਬਿੱਲ ਦੇ ਖਿਲਾਫ ਜਿਹੜਾ ਇੱਕ ਸ਼ਾਹੀਨ ਬਾਗ ਦਾ ਵੱਡਾ ਪ੍ਰੋਟੈਸਟ ਸੀ, ਉਹਦੇ ਲਈ ਔਰਗੇਨਾਈਜ਼ ਕਰ ਰਹੇ ਸੀ। ਉਹ ਅਮਨ ਪਸੰਦ ਅਤੇ ਪੀਸਫੁਲ ਪ੍ਰੋਟੈਸਟ ਹੈ। ਸੰਵਿਧਾਨ ਪੀਸਫੁਲ ਪ੍ਰੋਟੈਸਟ ਦੀ ਤੁਹਾਨੂੰ ਪੂਰੀ ਇਜਾਜ਼ਤ ਦਿੰਦਾ ਅਤੇ ਆਜ਼ਾਦੀ ਦਿੰਦਾ। ਅਤੇ ਕੋਰਟ ਨੇ ਇਹ ਕਿਹਾ, ਹਾਈ ਕੋਰਟ ਨੇ, ਕਿ ਜਿਹੜੇ ਤੁਸੀਂ ਵੀਡੀਓ ਦਿੰਦੇ ਉਹਨਾਂ ਦੇ ਭਾਸ਼ਣਾਂ ਦੀ, ਜਿਹੜਾ ਤੁਸੀਂ ਉਹਨਾਂ 'ਤੇ ਦੋਸ਼ ਲਾਇਆ ਕਿ ਉਹ ਐਂ ਲੋਕਾਂ ਨੂੰ ਇਕੱਠੇ ਕਰ ਰਹੇ ਸੀ, WhatsApp ਗਰੁੱਪ ਇੱਕ ਬਣਾ ਲਿਆ, ਉਹਦੇ ਤੱਕ ਮੈਸੇਜ ਭੇਜਤਾ, ਇਹਦਾ ਕੀ ਸੰਬੰਧ ਹੈ ਅੱਤਵਾਦ ਨਾਲ? ਅੱਤਵਾਦ ਕਿਵੇਂ ਹੋ ਗਿਆ ਇਹ? ਇਸ ਕਰਕੇ ਇਹਨੂੰ ਜਿਹੜਾ ਪੁਲਿਸ ਜ਼ਬਰਦਸਤੀ ਉਹ ਲਾਈਨ ਮਿਟਾਉਣ ਦੀ ਟਰਾਈ ਕਰ ਰਹੀ ਹੈ, ਹਰ ਗਤੀਵਿਧੀ ਨੂੰ ਚੱਕ ਕੇ ਅੱਤਵਾਦੀ ਬਣਾਉਣ ਦੀ ਗਤੀਵਿਧੀ ਕਰ ਰਹੀ ਹੈ। ਇਹ ਗਲਤ ਹੈ ਔਰ ਇਹਦੇ 'ਤੇ ਸੋਚਿਆ ਜਾਣਾ ਚਾਹੀਦਾ ਮੁੜ ਕੇ ਕਿ ਇਹਨੂੰ ਮਤਲਬ ਰੀਥਿੰਕ ਕਰਨ ਦਾ ਸਵਾਲ ਹੈ। ਔਰ ਹੁਣ ਦਿੱਲੀ ਦੇ ਤਾਂ ਸਗੋਂ ਇਹਨਾਂ ਤਿੰਨਾਂ ਤੋਂ ਬਾਅਦ ਤਾਂ ਇਹ ਇੱਕ ਮੈਸੇਜ ਚਲਾ ਗਿਆ ਸੀ ਕਿ ਹਾਈ ਕੋਰਟ ਦੀ ਇਸ ਜੱਜਮੈਂਟ ਤੋਂ ਬਾਅਦ ਦਿੱਲੀ ਦੇ ਦੰਗਿਆਂ ਦੇ ਮਾਮਲੇ 'ਚ ਸੋ ਕਾਲਡ ਜਿਹੜੇ ਜ਼ਿਆਦਾਤਰ ਫੜੇ ਹੋਏ ਖਾਸ ਤੌਰ 'ਤੇ ਇੱਕ ਕਮਿਊਨਿਟੀ ਦੇ ਬੰਦੇ ਨੇ, ਉਹਨਾਂ ਦੀ ਜ਼ਮਾਨਤਾਂ ਹੋ ਜਾਣਗੀਆਂ। ਹੁਣ ਇਸ ਨੂੰ ਵਿਚਾਰਧਾਰਕ ਤੌਰ 'ਤੇ ਵੀ ਸਰਕਾਰ ਨੇ ਅਤੇ ਪੁਲਿਸ ਨੇ, ਕਿਉਂਕਿ ਪੁਲਿਸ ਤਾਂ ਅੱਜ ਕੱਲ੍ਹ ਰੂਲ ਆਫ ਲਾ ਨੂੰ ਲਾਗੂ ਕਰਨ ਵਾਲੀ ਘੱਟ ਹੈ, ਪੋਲੀਟੀਕਲ ਬੌਸਜ ਦੇ ਸਹਾਰੇ ਕੰਮ ਕਰਨ ਵਾਲੀ ਵੱਧ ਨਜ਼ਰ ਆ ਰਹੀ ਹੈ, ਅਤੇ ਉਹਨਾਂ ਨੂੰ ਨਜ਼ਰ ਨਹੀਂ ਆਇਆ। ਔਰ ਜਿੰਨੀ ਜਲਦੀ ਪੁਲਿਸ ਸੁਪਰੀਮ ਕੋਰਟ ਗਈ ਹੈ ਹਾਈ ਕੋਰਟ ਦੀ ਇਹ ਜੱਜਮੈਂਟ ਦੇ ਬਾਅਦ, ਅਗਲੇ ਦਿਨ ਤੁਸੀਂ ਸੁਪਰੀਮ ਕੋਰਟ ਚਲੇ ਜਾਂਦੇ ਹੋ ਕਿ ਜੀ ਅਸਲ ਦੇ ਵਿੱਚ ਟਿੱਪਣੀ ਗਲਤ ਕੀਤੀ ਗਈ ਹੈ ਅਤੇ ਸਾਡੇ ਕੋਲ ਸਬੂਤ ਨੇ ਅੱਤਵਾਦ ਦੇ। ਔਰ ਹਾਈ ਕੋਰਟ ਨੇ ਤਾਂ ਇਹ ਕਿਹਾ ਕਿ ਪ੍ਰਾਈਮਾ ਫੇਸੀ, ਮੁੱਢਲੇ ਤੌਰ 'ਤੇ ਹੀ ਤੁਹਾਡੀ ਗੱਲ ਇਹ ਨਜ਼ਰ ਆਉਂਦੀ ਹੈ ਕਿ ਇਹਦੇ 'ਚ ਕੋਈ ਪ੍ਰੂਫ ਨਹੀਂ ਹੈ, ਕੋਈ ਸਬੂਤ ਨਹੀਂ ਹੈ ਤੁਹਾਡੇ ਕੋਲ ਇੰਨੇ ਲੰਮੇ ਸਮੇਂ ਤੋਂ ਬਾਅਦ। ਫਿਰ ਪੁਲਿਸ ਨੇ ਕੀ ਕੀਤਾ, ਇੱਕ ਤਾਂ ਸੁਪਰੀਮ ਕੋਰਟ ਚਲੀ ਗਈ ਜੀ, ਸ਼ਾਇਦ ਉੱਥੋਂ ਸਟੇ ਲੈ ਕੇ ਨਾ ਮਤਲਬ ਜ਼ਮਾਨਤ ਹੋਵੇ। ਦੂਜੀ ਗੱਲ ਇਹ ਹੋ ਗਈ ਕਿ ਨਾਲ ਹੀ ਪੁਲਿਸ ਇਹ ਕਹਿ ਰਹੀ ਹੈ ਕਿ ਉਹਨਾਂ ਦੀ ਵੈਰੀਫਿਕੇਸ਼ਨ ਵਾਸਤੇ ਸਾਨੂੰ 22 ਜੂਨ ਦਾ ਸਮਾਂ ਲੱਗ ਜਾਊਗਾ, ਇਸ ਲਈ ਅਸੀਂ ਇਹਨੂੰ ਰਿਹਾ ਨਹੀਂ ਕਰ ਸਕਦੇ। ਜਿਹੜੇ ਬੰਦੇ ਪੁਲਿਸ ਦੀ ਕਸਟਡੀ 'ਚ ਨੇ ਇੰਨੇ ਲੰਮੇ ਸਮੇਂ ਤੋਂ ਨੇ, ਪਹਿਲਾਂ ਜਦੋਂ ਫੜੇ ਗਏ ਜਦ ਤੋਂ ਉਹਨਾਂ ਦੀ ਤਫਤੀਸ਼ ਚੱਲ ਰਹੀ ਹੈ, ਤੁਹਾਨੂੰ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਤੁਹਾਡੇ ਕੋਲ ਹੈ, ਉਹਨਾਂ ਦਾ ਆਧਾਰ ਕਾਰਡ, ਉਹਨਾਂ ਦੇ ਬਾਕੀ ਪ੍ਰੂਫ ਉਹ ਹੈ ਨਹੀਂ। ਜੇ ਰੂਲ ਆਫ ਲਾ ਦੇ ਮੁਤਾਬਕ ਕੰਮ ਕਰੇ ਪੁਲਿਸ, ਕਿਉਂਕਿ ਪੁਲਿਸ ਅਸਲ ਦੇ ਵਿੱਚ ਉਸ ਧਿਰ ਦੇ ਮੁਤਾਬਕ ਕੰਮ ਕਰ ਰਹੀ ਹੈ ਜਿਹੜੀ ਸੱਤਾ ਦੇ ਵਿੱਚ ਬੈਠੀ ਹੈ, ਸੱਤਾ
ਵਾਲੀ ਧਿਰ ਇਹ ਮਹਿਸੂਸ ਕਰਦੀ ਹੈ, ਇਹ ਚਾਹੁੰਦੀ ਹੈ, ਮਹਿਸੂਸ ਨਹੀਂ ਕਰਦੀ, ਪ੍ਰੈਕਟੀਕਲੀ ਲੱਗੀ ਹੋਈ ਹੈ ਅੱਖਾਂ ਬੰਦ ਕਰਕੇ ਕਿ ਅਸੀਂ ਬਹੁ ਗਿਣਤੀ ਹਿੰਦੂ ਤਵੀ ਸਿਆਸਤ ਕਰਨੀ ਹੈ। ਹਿੰਦੂ ਤਵੀ ਸਿਆਸਤ ਕਰਨੀ ਹੈ ਤਾਂ ਤੁਸੀਂ ਇੱਕ ਫਿਰਕੇ ਦੇ ਲੋਕਾਂ ਨੂੰ ਜ਼ਬਰਦਸਤੀ ਬੰਦ ਕਰ ਰਹੇ ਹੋ, ਤੇ ਉਹ ਵੀ ਜੰਗ ਏਜ 'ਚ ਵਿਦਿਆਰਥੀ ਨੇ, ਤੇ ਉਹਨਾਂ ਦੀ ਪਹਿਲੇ ਲਾਈਫ ਦੇ ਵਿੱਚ ਵੀ ਜਿਹੜੀਆਂ ਉਹਨਾਂ ਨੇ ਜਥੇਬੰਦੀਆਂ ਵੀ ਬਣਾਈਆਂ ਉਹ ਵੀ ਜਮਹੂਰੀਅਤ ਦੀਆਂ ਜਥੇਬੰਦੀਆਂ ਨੇ, ਉਹਦੇ 'ਚ ਕੋਈ ਹਿੰਸਾ ਵਾਲੀ ਗੱਲ ਨਹੀਂ। ਨਾ ਹਥਿਆਰ ਉਹਨਾਂ ਨੇ ਉਠਾਇਆ, ਨਾ ਹਥਿਆਰ ਉਠਾਉਣ ਦੀਆਂ ਉਹਨਾਂ ਨੇ ਕੋਈ ਭਾਸ਼ਣ ਦਿੱਤੇ, ਨਾ ਕੋਈ ਇਹੋ ਜਿਹੀ ਐਕਟੀਵਿਟੀ ਕੀਤੀਆਂ। ਤਾਂ ਅੱਜ ਮੁੜ ਕੇ ਹਾਈ ਕੋਰਟ ਜਾਣਾ ਪਿਆ ਉਹਨਾਂ ਵਕੀਲਾਂ ਨੂੰ ਜਿਨ੍ਹਾਂ ਨੇ ਜ਼ਮਾਨਤ ਦੀ ਗੱਲ ਕੀਤੀ ਸੀ। ਤਾਂ ਹਾਈ ਕੋਰਟ ਨੇ ਕਿਹਾ ਕਿ ਤੁਰੰਤ ਰਿਲੀਜ਼ ਕਰੋ, ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਇੰਨੇ ਵਜੇ ਤੱਕ 5 ਵਜੇ ਤੱਕ ਤੁਸੀਂ ਸਾਰੇ ਪ੍ਰੂਫ ਲਿਆ ਕੇ ਇੱਥੇ ਦਿਓਗੇ, ਹੈ ਨਾ। ਹੁਣ ਜੇ ਕਈ ਦੂਰ ਦੁਰਾਡੇ ਦੇ ਬੰਦੇ ਹੁੰਦੇ ਨੇ, ਉਹਨਾਂ ਦੇ ਪੇਰੈਂਟਸ ਬਣੀ, ਹੁਣ ਜਿਵੇਂ ਨਤਾਸ਼ਾ ਸੀ, ਨਤਾਸ਼ਾ ਦਾ ਇੱਕ ਛੋਟਾ ਭਾਈ ਹੈ ਤੇ ਫਾਦਰ ਦੀ ਡੈਥ ਹੋ ਗਈ, ਮਾਂ ਪਹਿਲਾਂ ਨਹੀਂ ਸੀ, ਘਰ ਕੋਈ ਹੈ ਨਹੀਂ ਸੀ, ਜਦੋਂ ਇਹ ਖਬਰਾਂ ਲੱਗਦੀਆਂ ਨੇ ਕਿ ਉਹਦੇ ਦੇਖਭਾਲ ਵਾਲਾ ਵੀ ਕੋਈ ਨਹੀਂ, ਤਾਂ ਉਹਦੇ ਪ੍ਰੂਫ ਚੱਕ ਕੇ ਲਿਆ ਕੇ ਕੌਣ ਕੀ ਕਰੇਗਾ। ਜਦ ਤੁਹਾਡੇ ਕੋਲ ਜ਼ਿੰਮੇਵਾਰੀ ਆ ਗਈ ਤਾਂ ਤੁਸੀਂ ਕਿਉਂ ਪੇਸ਼ ਨਹੀਂ ਕਰਦੇ। ਇਹ ਵੀ ਦੂਜਿਆਂ ਨੂੰ ਹੀ ਕਰਨੇ ਪੈਣਗੇ ਜਿਹੜੇ ਵਲੰਟਰਲੀ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਨਾਲ ਲੱਗੇ ਹੋਏ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ। ਸਰਕਾਰ ਦਾ ਤੇ ਪੁਲਿਸ ਦਾ ਪੂਰਾ ਜ਼ੋਰ ਲੱਗਿਆ ਪਿਆ ਕਿ ਇਹ ਜ਼ਮਾਨਤ 'ਤੇ ਵੀ ਬਾਹਰ ਨਾ ਜਾਣ, ਔਰ ਹਾਈ ਕੋਰਟ ਦੇ ਨੂੰ ਵੀ ਮਤਲਬ ਇੰਨੇ ਦੇ ਬਾਵਜੂਦ ਦੁਬਾਰਾ ਕਹਿਣਾ ਪਵੇ, ਤਾਂ ਇਹਦੇ ਤੋਂ ਨਜ਼ਰ ਆ ਸਕਦਾ ਤਾਂ ਤੁਹਾਡਾ ਮਾਈਂਡ ਸੈੱਟ ਕਿਹੋ ਜਿਹਾ, ਤੁਸੀਂ ਕੀ ਸੰਵਿਧਾਨ ਨੂੰ ਲਾਗੂ ਕਰ ਰਹੇ ਹੋ, ਤੁਸੀਂ ਕਾਨੂੰਨ ਨੂੰ ਲਾਗੂ ਕਰ ਰਹੇ ਹੋ। ਠੀਕ ਹੈ ਕਿ ਹਾਈ ਕੋਰਟ ਨੇ ਦੁਬਾਰਾ ਸਖਤੀ ਨਾਲ ਕਿਹਾ ਤਾਂ ਰਿਲੀਜ਼ ਤਾਂ ਹੋਣਗੇ ਹੀ, ਉਹ 5 ਹੋ ਜਾਣਗੇ, ਅੱਜ ਕਿਹਾ ਜਾ ਰਿਹਾ ਕਿ ਅੱਜ ਰਿਲੀਜ਼ ਹੋ ਜਾਣਗੇ। ਪਰ ਮਤਲਬ ਇਹ ਹੈ ਕਿ ਇਹ ਮਾਨਸਿਕਤਾ ਜਿਹੜੀ ਹੈ, ਉਹ ਜਿਹੜੇ ਬਾਕੀ ਵੀ ਕਿੰਨੇ ਹੀ ਕੇਸ ਇਹਦੇ ਨਾਲ ਮਿਲੇ ਜੁਲੇ ਸਾਹਮਣੇ ਆਉਂਦੇ ਨੇ, ਉਹ ਇਹੋ ਜਿਹੇ ਸਾਹਮਣੇ ਆਉਂਦੇ ਨੇ ਕਿ ਤੁਸੀਂ ਅਗਲੀਆਂ ਚੋਣਾਂ ਵੀ ਹਿੰਦੂਤਵ 'ਤੇ ਜਿੱਤਣਾ ਚਾਹੁੰਦੇ ਹੋ। ਤੁਸੀਂ ਅਜੇ ਜਿਹੜਾ ਬਰਬਾਦੀ ਦਾ ਰਾਹ ਹੈ, ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬੈਠ ਗਿਆ, ਦੇਸ਼ 'ਚ ਨੌਕਰੀਆਂ ਚਲੀਆਂ ਗਈਆਂ, ਦੇਸ਼ ਦੇ ਲੋਕ ਕਰੋਨਾ 'ਚ ਆਕਸੀਜਨ ਤੋਂ ਬਿਨਾਂ ਮਰ ਗਏ, ਇਹ ਸਾਰੀਆਂ ਗੱਲਾਂ ਦਾ ਤੁਹਾਨੂੰ ਕੋਈ ਧਿਆਨ ਨਹੀਂ ਹੈ। ਤੁਸੀਂ ਅਜੇ ਵੀ ਆਪਣੀ ਉਸੇ ਸਿਆਸਤ 'ਤੇ ਕਾਇਮ ਹੋ, ਜਿਹੜਾ ਕਿ ਬੜਾ ਮੰਦਭਾਗਾ ਹੈ, ਔਰ ਇਹਦੇ ਖਿਲਾਫ ਲੋਕਾਂ ਨੂੰ ਚੇਤਨ ਹੋਣ ਦੀ ਲੋੜ ਹੈ। ਜੀ ਹਮੀਰ ਜੀ, ਸੋਸ਼ਲ ਮੀਡੀਆ ਨੂੰ ਲੈ ਕੇ ਪਹਿਲੇ ਦਿਨ ਤੋਂ ਜਿਹੜੀ ਸੀਗੀ ਕਸ਼ਮਕਸ਼ ਚੱਲ ਰਹੀ ਸੀ, ਤੇ ਇਸੇ ਦੇ ਵਿਚਕਾਰ ਜਿਹੜਾ ਹੈਗਾ ਟਵਿੱਟਰ ਦਾ ਇੱਕ ਨਵਾਂ ਰੌਲਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਵੀ ਕਈ ਸਮਾਜ ਸੇਵੀ ਕਾਰਕੁਨਾਂ ਖਿਲਾਫ, ਪੱਤਰਕਾਰਾਂ ਖਿਲਾਫ ਕੇਸ ਦਰਜ ਕੀਤੇ ਗਏ ਨੇ, ਤੇ ਹੁਣ ਇੱਕ ਹੋਰ ਜਿਹੜਾ ਹੈਗਾ ਕੇਸ ਦਰਜ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਹੈ। ਅਸਲ 'ਚ ਯੂਪੀ 'ਚ ਬਹੁਤ ਬੜਾ ਪਹਿਲਾਂ ਤੋਂ ਚੱਲਿਆ, ਪਹਿਲਾਂ ਵੀ ਟਵਿੱਟਰ ਦੇ ਮਾਮਲੇ ਚੱਲਿਆ ਸੀ, ਸੁਪਰੀਮ ਕੋਰਟ ਤੱਕ ਆਇਆ ਸੀ। ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਤੁਸੀਂ ਐਂ ਇਕੱਲਾ ਇੱਕ ਮੈਸੇਜ ਪਾ ਦੇਣਾ ਇਨਫੋਰਮੇਸ਼ਨ ਦੇ ਰੂਪ 'ਚ, ਉਹਨੂੰ ਤੁਸੀਂ ਦੇਸ਼ ਧਰੋਹੀ ਜਾਂ UAPA ਕਿਵੇਂ ਕਹਿ ਸਕਦੇ ਹੋ ਪਹਿਲੇ ਕੇਸਾਂ 'ਚ। ਹੁਣ ਵੀ ਇੱਕ ਮੁਸਲਿਮ ਬਜ਼ੁਰਗ ਜਿਹੜਾ ਹੈ, ਉਹਦੀ ਇੱਕ ਵੀਡੀਓ ਸੀ, ਉਹ ਵੀਡੀਓ ਉਦੋਂ ਬਾਅਦ ਜਦੋਂ ਉਹਦਾ ਕੁੱਟਮਾਰ ਹੋਈ, ਇਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਦੇਖੋ ਕੋਈ ਧਿਰ ਕੁੱਟਣ ਮਾਰਨ ਜਾਂਦੀ ਹੈ ਤੇ ਵੀਡੀਓ ਵੀ ਆਪ ਬਣਾਉਂਦੀ ਹੈ ਤੇ ਵੀਡੀਓ ਵੀ ਆਪ ਰਿਲੀਜ਼ ਕਰਦੀ ਹੈ, ਨਹੀਂ ਤਾਂ ਉਹ ਬੰਦਾ ਡਰਦਾ ਹੁੰਦਾ ਨਾ ਕਿ ਕਿਤੇ ਵੀਡੀਓ ਨਾ ਚਲੀ ਜਾਏ, ਮੈਂ ਕੁੱਟਦਾ ਮਾਰਦਾ ਤਾਂ ਪੁਲਿਸ ਨੂੰ ਪਤਾ ਲੱਗੂ, ਲੋਕਾਂ ਨੂੰ ਪਤਾ ਲੱਗੂ। ਇਹ ਡਰ ਤਾਂ ਖਤਮ ਹੋ ਗਿਆ ਇੱਕ ਧਿਰ ਨੂੰ, ਉਹ ਕਹਿੰਦੇ ਵੀ ਆਪਾਂ ਜੋ ਮਰਜ਼ੀ ਕਰਕੇ ਵੀਡੀਓ ਰਿਲੀਜ਼ ਕਰ ਦਾਂਗੇ ਤੇ ਆਪਾਂ ਨੂੰ ਕੁਝ ਨਹੀਂ ਹੋਏਗਾ। ਹੁਣ ਉਸ ਵੀਡੀਓ 'ਚ ਉਹ ਬੰਦਾ ਆਪ ਬੋਲ ਰਿਹਾ ਤੇ ਆਪ ਕਹਿ ਰਿਹਾ ਕਿ ਉਹਨਾਂ ਨੇ ਕਿਸ ਤਰ੍ਹਾਂ ਉਹਦੀ ਦਾੜੀ ਵੀ ਕਤਲ ਕਰਨ ਦੀ ਟਰਾਈ ਕੀਤੀ ਜਾਂ ਕੁੱਟਮਾਰ ਕੀਤੀ, ਜਿਸ ਲੈਵਲ 'ਤੇ ਕੀਤੀ। ਉਸੇ ਵੀਡੀਓ ਨੂੰ, ਉਹ ਵੀਡੀਓ ਟਵਿੱਟਰ 'ਤੇ ਆਈ, ਤੇ ਟਵਿੱਟਰ ਤੋਂ ਅੱਗੇ ਕਿੰਨੇ ਜਰਨਲਿਸਟ ਸੀ, ਜਿਵੇਂ ਜਿਹੜੀ ਰਾਣਾ ਅਜੂਬ, ਜਿਹਨੇ ਦਿੱਲੀ ਦੇ ਦੰਗਿਆਂ, ਜਿਹੜੇ ਗੁਜਰਾਤ ਦੇ ਜਿਹੜੇ ਐਂਟੀ ਮੁਸਲਿਮ ਦੰਗੇ ਸੀ, ਉੱਤੇ ਇੱਕ ਸ਼ਾਨਦਾਰ ਕਿਤਾਬ ਲਿਖੀ ਆ, ਔਰ ਪੂਰਾ ਅੰਦਰਲਾ ਸੱਚ ਹੈ ਜਿਹੜਾ ਸਭ ਦੇ ਸਾਹਮਣੇ ਆ। ਨਹੀਂ ਤਾਂ ਰਾਣਾ ਅਜੂਬ ਨੂੰ ਉਸ ਕਿਤਾਬ 'ਤੇ ਹੀ ਅੰਦਰ ਬੰਦ ਕਰ ਦਿੰਦੇ ਉਸ ਮਾਮਲੇ ਦੇ ਵਿੱਚ, ਔਰ ਉਹ ਨੋਨ ਇਸ ਕਿਤਾਬ ਦੇ ਰੂਪ ਦੇ ਵਿੱਚ ਆਈ ਹੈ। ਔਰ ਇਸੇ ਤਰੀਕੇ ਦੇ ਨਾਲ ਹੋਰ ਕਈ ਜਰਨਲਿਸਟਾਂ ਤੇ ਕਈ ਸਿਆਸੀ ਆਗੂਆਂ 'ਤੇ ਪਰਚਾ ਦਰਜ ਕਰ ਲਿਆ ਹੈ, ਬਿਲਕੁਲ, ਕਿ ਤੁਸੀਂ ਦੇਸ਼ ਧਰੋਹੀ ਜਾਂ ਉਹਦਾ ਵਾਇਲੇਸ਼ਨ ਕੀਤੀ ਹੈ, ਉਲੰਘਣਾ ਕੀਤੀ ਹੈ। ਤੇ ਸਰਕਾਰ ਜਿਹੜੀ ਹੈ, ਇਕੱਲਾ ਯੂਪੀ ਦਾ ਉਹ ਇੱਕ ਕੇਸ ਨਹੀਂ, ਦੇਸ਼ ਦਾ ਕਾਨੂੰਨ ਮੰਤਰੀ ਵੀ ਆ ਕੇ ਖੜਾ ਹੋ ਕੇ ਬੋਲਦਾ TV ਚੈਨਲਾਂ 'ਤੇ ਕਿ ਠੀਕ ਕੀਤਾ, ਟਵਿੱਟਰ ਨੂੰ ਸਾਡੇ ਕਾਨੂੰਨਾਂ ਮੁਤਾਬਕ ਚੱਲ ਰਿਹਾ। ਠੀਕ ਹੈ, ਤੁਹਾਡੇ ਕਾਨੂੰਨਾਂ ਮੁਤਾਬਕ ਚੱਲਣਾ ਚਾਹੀਦਾ, ਪਰ ਤੁਹਾਡਾ ਕਾਨੂੰਨ ਦਾ ਸਭ ਤੋਂ ਬੜਾ ਕਾਨੂੰਨ ਕੀ ਹੈ? ਉਹ ਦੇਸ਼ ਦਾ ਸੰਵਿਧਾਨ ਹੈ। ਦੇਸ਼ ਦਾ ਸੰਵਿਧਾਨ ਫਰੀडम ਆਫ ਐਕਸਪ੍ਰੈਸ਼ਨ ਤੇ ਔਰ ਪੱਤਰਕਾਰਾਂ ਖਿਲਾਫ ਜਿਹੜਾ ਪਰਚਾ ਦਰਜ ਹੋਇਆ, ਇਹ ਤੇ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਵੀ ਬਿਆਨ ਦਿੱਤਾ ਕਿ ਉਹਨਾਂ ਦਾ ਪਰਚਾ ਤੁਰੰਤ ਵਾਪਸ ਲਓ, ਕਿਉਂਕਿ ਇਹ ਤੁਸੀਂ ਉਸ ਮਾਮਲੇ ਦੇ ਵਿੱਚ ਗੱਲ ਕਰ ਰਹੇ ਹੋ ਕਿ ਉਹਨਾਂ ਦੀ ਜਿਹੜੀ ਹੱਕ ਹੈ ਕਿ ਕਿਸੇ ਚੀਜ਼ ਨੂੰ, ਇਨਫੋਰਮੇਸ਼ਨ ਨੂੰ ਅੱਗੇ ਪਹੁੰਚਾਉਣ ਦਾ ਜਾਂ ਲੋਕਾਂ ਤੱਕ ਪਹੁੰਚਾਉਣ ਦਾ, ਉਹ ਖੋ ਰਹੇ ਹੋ। ਇਦੋਂ ਪਹਿਲਾਂ ਵੀ ਇੱਕ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੋਇਆ, ਔਰ ਜਿਹਦੇ 'ਤੇ ਇਹ ਸੀ ਕਿ ਪੱਤਰਕਾਰਾਂ ਨੂੰ ਖਾਸ ਤੌਰ ਦੇ ਉੱਤੇ ਆਪਣੀ ਗੱਲ ਕਹਿਣ ਦੇ ਵਿਸ਼ੇਸ਼ ਅਧਿਕਾਰ ਜਾਂ ਉਹਨਾਂ ਦਾ ਜਿਹੜਾ ਹੱਕ ਹੈ ਫਰੀडम ਆਫ ਐਕਸਪ੍ਰੈਸ਼ਨ ਦਾ, ਉਹਦੇ 'ਚ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ, ਉਹਦੇ 'ਚ ਸੁਰੱਖਿਆ ਮਿਲਣੀ ਚਾਹੀਦੀ ਹੈ। ਤੇ ਤੁਸੀਂ ਨਾ ਸੁਪਰੀਮ ਕੋਰਟ ਦੀ ਪਰਵਾਹ ਕਰਦੇ ਹੋ, ਨਾ ਸੰਵਿਧਾਨ ਦੀ ਪਰਵਾਹ ਕਰਦੇ ਹੋ, ਤੁਸੀਂ ਚੱਕ ਕੇ ਪਰਚੇ ਦਰਜ ਕਰ ਰਹੇ ਹੋ। ਕਹਿੰਦੇ ਕਿ ਇੱਕ ਮੁਸਲਿਮ ਹੋਣ ਦੇ ਨਾਤੇ ਤੁਸੀਂ ਮੁਸਲਮਾਨ ਦੀ ਵੀਡੀਓ ਫੈਲਾਈ ਹੈ, ਉਹਦੇ ਨਾਲ ਦੰਗੇ ਫੈਲਣ ਦਾ ਡਰ ਹੈ।
ਦੰਗੇ ਕੇਵਲ ਉਹਦੇ ਨਾਲ ਨਹੀਂ ਫੈਲਦਾ। ਹਾਂ, ਜੇ ਤੁਸੀਂ ਉੱਥੇ ਜਾ ਕੇ ਕੋਈ ਇਹ ਲੋਕਾਂ ਨੂੰ ਭੜਕਾਉਂਦੇ ਹੋ ਕਿ ਲੋਕਾਂ ਨੂੰ ਉਤਸ਼ਾਹਿਤ ਕਰਦੇ ਹੋ ਵੀ ਮੁਸਲਮਾਨ ਵੀ ਇਕੱਠੇ ਹੋ ਜਾਓ ਕਿਉਂਕਿ ਉਹਨਾਂ ਨੇ ਐਂ ਕੀਤਾ ਹੈ, ਬਾਕੀ ਵੀ ਹੋ ਜਾਓ, ਸਗੋਂ ਚੀਜ਼ ਸਾਹਮਣੇ ਆਉਂਦੀ ਹੈ, ਪੁਲਿਸ ਐਕਟੀਵੇਟ ਕਰੇ, ਪੁਲਿਸ ਇਨਕੁਆਰੀ ਕਰੇ, ਜਿਹਨੇ ਗਲਤ ਕੀਤਾ ਉਹਦੇ ਖਿਲਾਫ ਕਾਰਵਾਈ ਕਰੇ, ਗੱਲ ਤਾਂ ਕੇਵਲ ਉਨੀ ਓ ਬਣਦੀ ਹੈ। ਇਹ ਸਾਰਾ ਕੁਝ ਕਰਕੇ ਤੁਸੀਂ ਦੁਬਾਰਾ ਤੋਂ ਯੂਪੀ ਦੇ ਵਿੱਚ 2022 ਚ ਇਲੈਕਸ਼ਨ ਆ ਰਹੀ ਹੈ, ਔਰ ਜਿਹੜਾ ਹਾਲਾਤ ਪੰਚਾਇਤੀ ਚੋਣਾਂ 'ਚ ਹੋਇਆ ਯੂਪੀ ਮਤਲਬ ਜੋਗੀ ਸਰਕਾਰ ਦਾ, ਉਹ ਸਭ ਦੇ ਸਾਹਮਣੇ ਹੈ। ਤੇ ਇਹਦੇ ਤੋਂ ਇਲਾਵਾ ਕਿਉਂਕਿ ਉਹ ਗ੍ਰਾਫ ਬੜਾ ਨੀਚੇ ਜਾ ਰਿਹਾ ਹੈ, ਜਿਹੜਾ ਜੋਗੀ ਤੇ ਮੋਦੀ ਅਮਿਤ ਸ਼ਾਹ ਦੇ ਦਰਮਿਆਨ ਟਕਰਾਅ ਚੱਲ ਰਿਹਾ ਹੈ, ਜਿਹੜਾ ਖੁਦ ਇਹਨਾਂ ਦੇ ਐਮਐਲਏ ਤੇ ਐਮਪੀਆਂ ਨੇ ਜੋਗੀ ਨੂੰ ਚਿੱਠੀਆਂ ਲਿਖੀਆਂ ਸਾਡੇ ਕੰਮ ਨਹੀਂ ਹੋ ਰਹੇ, ਬੀਜੇਪੀ ਦੇ ਅੰਦਰ ਜਿਹੜਾ ਇੱਕ ਗੱਲ ਹੈ, ਮੇਰਾ ਖਿਆਲ ਉਹਨੂੰ ਵੀ ਢਕਣ ਦੇ ਲਈ ਬੀਜੇਪੀ ਕੋਲ ਤਾਂ ਇੱਕੋ ਹੀ ਏਜੰਡਾ ਹੁੰਦਾ ਕਿ ਆਪਾਂ ਉਹਨੂੰ ਉਭਾਰ ਦਿਓ ਏਜੰਡੇ ਨੂੰ ਜਿਹੜਾ ਕਲੈਸ਼ ਪੈਦਾ ਕਰਦਾ। ਜਦੋਂ ਕਲੈਸ਼ ਪੈਦਾ ਹੋਊਗਾ ਤਾਂ ਆਟੋਮੈਟਿਕਲੀ ਜਿਹੜਾ ਦੂਜੀਆਂ ਗੱਲਾਂ ਲੋਕ ਭੁੱਲ ਜਾਣਗੇ ਜਿਹੜੀਆਂ ਸਾਡੀਆਂ ਇੱਧਰ ਉੱਧਰਲੀਆਂ ਚੱਲਦੀਆਂ ਨੇ, ਸਾਡੇ ਟਕਰਾਅ ਨੇ, ਤੇ ਉਹਦੇ 'ਤੇ ਫੋਕਸ ਕਰ ਦੇਣਗੇ। ਇਹ ਕੰਮ ਮੇਰਾ ਖਿਆਲ ਹੈ ਦੇਸ਼ ਦੇ ਲਈ ਤੇ ਦੇਸ਼ ਦੀ ਜਮਹੂਰੀਅਤ ਦੇ ਲਈ, ਦੇਸ਼ ਦੇ ਲੋਕਾਂ ਦੇ ਲਈ ਤੇ ਇਨਸਾਨੀਅਤ ਦੇ ਐਂਗਲ ਤੋਂ ਨਹੀਂ ਹੈ ਠੀਕ, ਔਰ ਇਹ ਖਿਲਾਫ ਜਾ ਰਿਹਾ ਹੈ ਸਾਰਾ, ਕਿਸੇ ਨਾ ਕਿਸੇ ਰੂਪ 'ਚ ਅਲਟੀਮੇਟਲੀ ਬੀਜੇਪੀ ਦੇ ਖਿਲਾਫ ਹੀ ਭੁਗਤੇਗਾ, ਮਤਲਬ ਉਹਦੇ ਵੀ ਪੱਖ 'ਚ ਨਹੀਂ ਭੁਗਤਦਾ। ਜਦੋਂ ਲੋਕਾਂ ਦੀ ਸਿਹਤ ਖਰਾਬ ਹੋਵੇ, ਜਦੋਂ ਲੋਕਾਂ ਦੇ ਬੰਦੇ ਮਰ ਰਹੇ ਹੋਣ, ਉਦੋਂ ਤੁਸੀਂ ਇਹੋ ਜਿਹੀ ਸਿਆਸਤ ਕਰਦੇ ਹੋ ਤਾਂ ਇਦੋਂ ਗੈਰ ਇਨਸਾਨੀਪਣ ਕੋਈ ਨਹੀਂ ਹੋ ਸਕਦਾ। ਹਮੀਰ ਜੀ, ਦੇਸ਼ 'ਚ UAPA ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਬਹੁਤ ਵੱਡੀ ਗਿਣਤੀ 'ਚ ਕੇਸ ਜਿਹੜੇ ਹੈਗੇ ਆ ਪਿਛਲੇ ਕੁਝ ਸਾਲਾਂ 'ਚ ਦਰਜ ਕੀਤੇ ਗਏ ਨੇ। ਅਸੀਂ ਗੱਲ ਕਰਨਾ ਚਾਹਾਂਗੇ ਮਹਾਰਾਸ਼ਟਰ ਦੇ ਨਾਂਦੇੜ 'ਚ 2 ਭਰਾਵਾਂ ਖਿਲਾਫ ਦਰਜ ਕੀਤੇ ਕੇਸ ਨੂੰ, ਜਿਨ੍ਹਾਂ 'ਤੇ ਦੋਸ਼ ਸਾਬਤ ਨਾ ਹੋਣ ਕਰਕੇ 9 ਸਾਲਾਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ। ਠੀਕ ਆ, ਅਸੀਂ ਜਾਣਨਾ ਚਾਹਾਂਗੇ ਸਰਕਾਰ ਨੇ, ਪੁਲਿਸ ਨੇ ਉਹਨਾਂ ਨੂੰ 9 ਸਾਲਾਂ ਬਾਅਦ ਰਿਹਾ ਤਾਂ ਕਰਤਾ, ਪਰ ਜਿਹੜੇ ਬੰਦਿਆਂ ਨੇ ਉਹਨਾਂ 'ਤੇ, ਜਿਹੜੇ ਅਫਸਰਾਂ ਨੇ ਉਹਨਾਂ 'ਤੇ ਝੂਠੇ ਕੇਸ ਦਰਜ ਕੀਤੇ ਜਾਂ ਉਸ ਸਮੇਂ ਗਲਤ ਕੇਸ ਦਰਜ ਕੀਤੇ, ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਹਾਂ ਬਿਲਕੁਲ, ਇਹ ਕੇਸ ਵੀ ਉਦੋਂ ਦਾ 2012 ਦਾ 31 ਅਗਸਤ 2012 ਨੂੰ ਕੇਸ ਦਰਜ ਹੁੰਦਾ ਹੈ, ਤੇ 2013 ਨੂੰ ਇਹ ਕੇਸ ਚੱਲਿਆ ਜਾਂਦਾ NIA ਕੋਲੇ, ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਗੱਲ, ਸਾਡੀ ਸਭ ਤੋਂ ਸੁਪਰੀਮ ਏਜੰਸੀ ਟੈਰਰਿਜ਼ਮ ਤੇ ਇਹ ਗੱਲ ਕਰ ਰਹੀ ਹੈ, ਜਿਹਨੂੰ ਕਹਿੰਦੇ ਆ ਜੀ ਪਤਾ ਨਹੀਂ, ਇਹ ਸਭ ਤੋਂ ਮਾਹਰ ਏਜੰਸੀ ਹੈ। ਤੇ ਉਹ ਮਾਹਰ ਏਜੰਸੀ ਤੱਕ ਕੇ ਉਹਨਾਂ ਦੇ ਖਿਲਾਫ ਇੱਕ ਉਹਨਾਂ ਨੂੰ ਕਹਿ ਦਿੰਦੀ ਹੈ ਕਿ ਅੱਤਵਾਦੀ ਨੇ ਤੇ ਅੱਤਵਾਦੀ ਇਹਨਾਂ ਨੇ ਗਤੀਵਿਧੀਆਂ ਕੀਤੀਆਂ। ਤੇ ਉਹ 2 ਬੰਦੇ, ਇੱਕ 24 ਸਾਲ ਦਾ ਸੀ ਉਦੋਂ, ਹੁਣ 33 ਸਾਲ ਦਾ ਹੋਇਆ, 9 ਸਾਲ ਮਤਲਬ, ਇੱਕ ਹੁਣ 38 ਸਾਲ ਦਾ ਹੋਇਆ ਤੇ ਉਦੋਂ 29 ਸਾਲ ਦਾ ਹੋਣਾ ਹੈ ਨਾ। ਇਹਦਾ ਮਤਲਬ ਜ਼ਿੰਦਗੀ ਦੇ 9 ਮਹੱਤਵਪੂਰਨ ਵਰ੍ਹੇ ਉਹਨਾਂ ਦੇ ਚਲੇ ਗਏ। ਉਹ ਆਪੋ ਆਪਣੀਆਂ ਦੁਕਾਨਾਂ ਕਰਦੇ ਸੀ, ਬਿਜ਼ਨਸ ਕਰਦੇ ਸੀ, ਛੋਟਾ ਮੋਟਾ ਦੋਨੋਂ ਜਾਣੇ, ਤੇ ਉਹ ਤਾਂ ਮਤਲਬ ਉਹ ਬਿਜ਼ਨਸ ਉੱਜੜ ਗਿਆ। ਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਹਾਲ ਕੀ ਹੁੰਦਾ ਹੋਊਗਾ 9 ਸਾਲਾਂ ਦੇ ਦੌਰਾਨ, ਕਿੰਨਾ ਰੋਟੀ ਦਾ ਸੰਕਟ, ਕਿੰਨਾ ਸਮਾਜਿਕ ਦਬਾਅ, ਕਿੰਨਾ ਮਨੋਵਿਗਿਆਨਕ ਦਬਾਅ, ਇਹ ਤਾਂ ਜੇ ਸਾਹਮਣੇ ਨਹੀਂ ਨਾ ਆਇਆ, ਇਹ ਤਾਂ ਕੋਈ ਨਹੀਂ ਦੇਖੇਗਾ ਮੁੜ ਕੇ, ਇਹ ਸਾਡੇ ਰਿਵਾਜ ਬਣੀ ਆ ਦੇਖਣ ਦਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ 5 ਬੰਦਿਆਂ 'ਚੋਂ ਇਹ 2 ਬੰਦਿਆਂ ਨੂੰ ਛੱਡਤਾ ਵੀ ਉਹਨਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ, ਸਬੂਤ ਦੀ ਅਣਹੋਂਦ ਦੇ ਕਾਰਨ। ਤੇ ਸਾਡੇ ਸਿਸਟਮ 'ਚ ਗੜਬੜ ਹੈ ਅਸਲ 'ਚ, ਤੰਤਰ ਦੇ ਵਿੱਚ। ਇਸੇ ਕਰਕੇ ਪੁਲਿਸ ਮਨਮਾਨੀ ਹੋ ਜਾਂਦੀ ਹੈ, ਪੁਲਿਸ ਜੋ ਮਰਜ਼ੀ ਕਰਦੀ ਹੈ, ਕਿਉਂਕਿ ਉਹਨੂੰ ਡਰ ਨਹੀਂ ਹੈ। ਡਰ ਇਸ ਕਰਕੇ ਨਹੀਂ ਕਿ ਕਾਨੂੰਨ ਦੇ ਵਿੱਚ ਅਸੀਂ ਇਹ ਗੱਲ ਨਹੀਂ ਅਮੈਂਡ ਕਰਾ ਪਾ ਰਹੇ, ਕਾਨੂੰਨ ਦੇ ਵਿੱਚ ਇਹ ਗੱਲ, ਧਾਰਾ ਸਾਨੂੰ ਜੋੜਨੀ ਚਾਹੀਦੀ ਹੈ ਕਿ ਜੇ ਨਜਾਇਜ਼ ਬਿਨਾਂ ਸਬੂਤਾਂ ਤੋਂ ਤੁਸੀਂ ਕਿਸੇ ਦੇ ਖਿਲਾਫ ਇਸ ਤਰੀਕੇ ਦੀ ਗੱਲ ਕੀਤੀ ਤੇ ਬਾਅਦ ਦੇ ਵਿੱਚ ਉਹ ਅਦਾਲਤ 'ਚੋਂ ਬਰੀ ਹੋ ਜਾਂਦੇ ਨੇ, ਤਾਂ ਕਾਰਵਾਈ ਸੰਬੰਧਿਤ ਉਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਹੋਏਗੀ ਕਿ ਤੁਸੀਂ ਉਹਨਾਂ ਦੀ ਜ਼ਿੰਦਗੀ ਦਾ ਜਿਹੜੇ ਵਰ੍ਹੇ ਖਰਾਬ ਕੀਤੇ ਨੇ ਉਹਦੇ ਜ਼ਿੰਮੇਵਾਰ ਕੌਣ ਹੈ। ਜੀ ਬਿਲਕੁਲ। ਔਰ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸ਼ਾਦੀ ਕਰਾਉਣੀ ਹੋਣੀ ਹੈ, ਪਤਾ ਨਹੀਂ ਕੀ ਹੋਇਆ ਉਹਦਾ, ਬਾਕੀ ਉਸ ਤੋਂ ਬਾਅਦ ਕਿੰਨੀ ਆਰਥਿਕਤਾ ਦੀ ਤੰਗੀ ਆਈ ਹੋਣੀ ਹੈ, ਕਿੰਨਾ ਪੈਸਾ ਉਹਨਾਂ ਨੇ ਕਮਾ ਕੇ ਆਪਣੇ ਹੋਰ ਪਰਿਵਾਰਾਂ ਦਾ, ਬੱਚਿਆਂ ਦਾ, ਜ਼ਿੰਦਗੀ ਦੀ ਤੇ ਮਾਪਿਆਂ ਸਾਹਮਣੇ ਸੀ, ਉਹਨਾਂ ਦਾ ਕੀ ਹੋਇਆ ਹੋਏਗਾ। ਇੱਕ ਗੱਲ ਸਾਡੇ ਸਾਰੇ ਕਿਤੇ ਦੇਸ਼ 'ਚ ਇੱਕ ਚਰਚਾ ਕਰਾਉਣ ਦੀ ਲੋੜ ਹੈ, ਔਰ ਇਹੋ ਜਿਹੀ ਅਮੈਂਡਮੈਂਟ, ਇਹੋ ਜਿਹੀ ਸੋਧ ਕਰਾਉਣ ਦੀ ਲੋੜ ਹੈ ਕਿ ਬਿਨਾਂ ਮਤਲਬ ਜੋ ਮਰਜ਼ੀ ਮਨ 'ਚ ਆਏ ਕਿਸੇ ਦੇ ਖਿਲਾਫ ਤੁਹਮਤ। ਸਾਡੇ ਆਮ ਚੱਲਦਾ ਨਾ, ਕਿਸੇ 'ਤੇ ਭੁੱਕੀ ਦਾ ਕੇਸ ਪਾ ਦਿਓ, ਕਿਸੇ 'ਤੇ ਕੋਈ ਨਸ਼ੇ ਦਾ ਪਾ ਦਿਓ, ਕਿਸੇ 'ਤੇ ਕੋਈ ਕਤਲ ਪਾ ਦਿਓ, ਕਿਉਂਕਿ ਬਾਅਦ 'ਚ ਤਾਂ ਕਿਸੇ ਨੇ ਨਹੀਂ ਪੁੱਛਣਾ। ਉਹ ਬੰਦਾ ਤਾਂ ਚਾਰਾਜੋਈ ਕਰਕੇ, ਆਪਣੇ ਵਸੀਲੇ ਵੇਚ ਕੇ ਤੇ ਸਾਰੀ ਜ਼ਿੰਦਗੀ ਬਰਬਾਦ ਕਰਕੇ ਵੀ ਬਰੀ ਹੋ ਗਿਆ, ਤੇ ਬਰੀ ਹੋ ਗਿਆ ਤਾਂ ਠੀਕ ਹੈ ਜੀ, ਬਸ। ਉਸ ਤੋਂ ਬਾਅਦ ਜਿਹਨੇ ਉਹਦੇ ਖਿਲਾਫ ਇੰਨੀ ਕਾਰਵਾਈ ਕੀਤੀ, ਕੋਈ ਇਹ ਹੋਣੀ ਚਾਹੀਦੀ ਹੈ। ਔਰ ਇੰਨੀ ਖੁੱਲ੍ਹ ਖੇਡ ਨਹੀਂ ਹੋਣੀ ਚਾਹੀਦੀ ਕਿਸੇ ਵੀ ਅਫਸਰ ਨੂੰ ਕਿ ਉਹ ਆਪਣੇ ਢੰਗ ਨਾਲ ਜੋ ਮਰਜ਼ੀ ਕਰਦਾ ਰਹੇ। ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ। ਇਨਕੁਆਰੀ ਕਰਕੇ ਕੌਣ ਕੌਣ ਉਹਦੇ ਬੰਦੇ ਦੇ ਪਿੱਛੇ ਸੀਗੇ, ਕਿਹਨਾਂ ਨੇ ਗਲਤ ਪਰਚਾ ਦਰਜ ਕਰਨ ਲਈ ਉਕਸਾਇਆ ਤੇ ਕਿਹਨੇ ਗਲਤ ਕੀਤਾ, ਉਹਨਾਂ ਨੂੰ ਵੀ ਕੋਈ ਨਾ ਕੋਈ ਨੁਕਸਾਨ ਹੋਣਾ ਚਾਹੀਦਾ, ਤਾਂ ਜਾ ਕੇ ਲੋਕ ਉਸ ਪੱਥਰ 'ਤੇ ਹਟਣਗੇ। ਜਿਵੇਂ ਕਿੰਨੇ ਦੇਸ਼ਾਂ ਦੇ ਵਿੱਚ ਹੈ, ਮੰਨ ਲਓ ਸਾਡੇ ਪੰਜਾਬ ਨਾਲ ਹੀ ਜੁੜਿਆ ਹੋਇਆ ਇੱਕ ਕੇਸ ਸੀ, ਜਿਹੜਾ ਕਨਿਸ਼ਕ ਕਾਂਡ, ਜਿਹਦੇ 'ਚ ਕਿੰਨੇ ਹੀ ਬੰਦੇ ਮਰ ਗਏ ਸੀ, ਡੁੱਬ ਗਏ ਸੀ ਉਸ ਸਾਰਾ। ਉਹਦੇ ਵਿੱਚੋਂ ਕੈਨੇਡੀਅਨ ਗੌਰਮੈਂਟ ਨੇ ਮਤਲਬ ਇਨਕੁਆਰੀ ਕੀਤੀ, ਪੁਲਿਸ ਨੇ।
ਉਹ ਪੁਲਿਸ ਕਰਦੀ ਕਿ ਜ਼ਮਾਨਤ ਦੇਤੀ, ਇੱਕ ਵਾਰ ਜਿਨ੍ਹਾਂ ਦੇ ਨਾਮ ਵੀ ਆਏ ਜ਼ਮਾਨਤ ਦੇਤੀ। ਰਪਦਮਨ ਸਿੰਘ ਬੜਾ ਨੋਨ ਨਾਮ ਹੈ ਇਸ, ਉਹ ਜਿਹੜੇ ਉਹਦੇ 'ਚ ਸ਼ਾਮਲ ਹੋਏ ਸੀ। 16 ਸਾਲ ਤੱਕ ਬੰਦਾ ਅਰੈਸਟ ਨਹੀਂ ਕੀਤਾ, ਉਹਦੀ ਇਨਕੁਆਇਰੀ ਚੱਲਦੀ ਰਹੀ। ਜਦ ਪ੍ਰੂਫ ਉਹਨਾਂ ਕੋਲ ਆ ਗਿਆ 16 ਸਾਲ ਤੱਕ, ਉਦੋਂ ਬਾਅਦ ਅਰੈਸਟ ਪਾਈਏ। ਤੇ ਸਾਡੇ ਤਰੀਕਾ ਕਿਉਂ ਨਹੀਂ ਹੋ ਸਕਦਾ ਕਿ ਤੁਸੀਂ ਜ਼ਮਾਨਤ ਤੇ ਬੰਦਿਆਂ ਨੂੰ ਠੀਕ ਹੈ ਛੱਡਦੇ ਹੋ, ਆਪਦਾ ਕੰਮ ਤਾਂ ਉਹ ਕਰਦਾ ਰਹਿੰਦਾ। ਜੇ ਉੱਥੇ ਨੇੜੇ ਜਾ ਕੇ ਤੁਸੀਂ ਸਬੂਤ ਭੁਗਤਾ ਦਿੰਦੇ ਹੋ, ਲਾਸਟ ਦੇ ਵਿੱਚ ਇਹ ਹੋ ਜਾਂਦਾ ਕਿ ਉਹ ਬਿਲਕੁਲ ਦੋਸ਼ੀ ਹੈ, ਉਦੋਂ ਉਹਨੂੰ ਜੇਲ੍ਹ ਕੈਦ ਕਰ ਦਿਓ, ਜੋ ਵੀ ਕਰਨੀ ਹੈ, ਜੋ ਕੋਰਟ ਸਜ਼ਾ ਦੇਗੀ। ਤੇ ਉਦੋਂ ਪਹਿਲਾਂ ਹੀ ਤਾਂ ਨਹੀਂ ਨਾ ਤੁਸੀਂ ਇਹ ਚੀਜ਼ਾਂ ਕਰ ਸਕਦੇ। ਇਸੇ ਕਰਕੇ ਜਿਹੜਾ ਬਹੁਤ ਇੱਕ ਸੋਚਣ ਸਮਝਣ ਵਾਲਾ ਤਰੀਕਾ ਹੈ ਕਿ ਜੇ ਤੁਸੀਂ ਡੈਮੋਕ੍ਰੇਸੀ ਚਾਹੁੰਦੇ ਹੋ, ਜੇ ਬੰਦੇ ਦੇ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹੋ, ਜੇ ਨਿੱਜੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਕਦਰ ਕਰਦੇ ਹੋ, ਤਾਂ ਜਿਹੜਾ ਪੁਰਾਣਾ ਤੁਹਾਡਾ ਕਲੋਨੀਅਲ ਮਾਈਂਡ ਸੈੱਟ ਦਾ, ਬਸਤੀਵਾਦੀ ਮਾਈਂਡ ਸੈੱਟ ਦੇ ਕਾਨੂੰਨ ਨੇ, ਉਹਨਾਂ 'ਚ ਤਬਦੀਲੀ ਦੀ ਲੋੜ ਹੈ। ਜੀ ਹਮੀਰ ਜੀ, ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਵੀ ਕਿ ਸੰਸਦ ਦੀ ਜਿਹੜੀ PAC ਕਮੇਟੀ ਦੇ ਮੈਂਬਰਾਂ ਦੇ ਵਿਚਕਾਰ ਮਤਭੇਦ ਜਿਹੜੇ ਹੈਗੇ ਸਾਹਮਣੇ ਆ ਰਹੇ ਨੇ। ਹੰਗਾਮਾ ਵੀ ਜਿਹੜਾ ਹੈਗਾ ਉਸ ਮੀਟਿੰਗ ਦੇ ਵਿੱਚ ਸੁਣਨ 'ਚ ਆਇਆ ਵੀ ਕਿਆ ਹੋਇਆ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਮਲਾ ਕੀ ਸੀਗਾ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਇਹਦੇ 'ਚ ਵੀ ਇਹ ਸਾਰੇ ਕੇਸ ਇੰਨੇ ਰਲੇ ਹੋਏ ਨੇ ਕਿ ਜਿਹੜੀ ਸੱਤਾਧਾਰੀ ਧਿਰ ਹੈ, ਮੇਨਲੀ ਖਾਸ ਤੌਰ 'ਤੇ ਕੇਂਦਰ ਦੀ BJP, ਉਹ ਆਪਣੇ ਖਿਲਾਫ ਕਿਸੇ ਵਿਚਾਰ ਨੂੰ ਸੁਣਨ ਤੱਕ ਵੀ ਪਸੰਦ ਨਹੀਂ ਕਰਦੀ, ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਉਹ ਸਾਰੇ ਹਰਬੇ ਵਰਤੇ ਜਾ ਰਹੇ ਨੇ। ਵੱਖਰੇ ਵਿਚਾਰਾਂ ਵਾਲੇ ਆ 2-3 ਦਿਨਾਂ ਤੋਂ ਲਗਾਤਾਰ ਪ੍ਰੋਟੈਸਟ ਚੱਲ ਰਹੇ ਨੇ ਪੰਜਾਬ 'ਚ, ਜਿਹੜੇ ਭੀਮਾ ਕੋਰੇਗਾਂਵ ਦੇ ਕੇਸ ਦੇ ਵਿੱਚ 16 ਲੇਖਕ, ਬੁੱਧੀਜੀਵੀ, ਪੱਤਰਕਾਰ, ਵਕੀਲ ਅੰਦਰ ਬੰਦ ਨੇ ਜੀ, ਤੇ ਉਹਨਾਂ ਦੀ ਜ਼ਮਾਨਤ ਤੱਕ ਨਹੀਂ ਹੋ ਰਹੀ। ਉਹਨਾਂ ਦੀ ਰਿਹਾਈ ਦੀ ਇੱਕ ਆਵਾਜ਼ ਉੱਠੀ ਆ, ਉਹ ਵੀ ਉਹੀ ਹੈ ਕਿਉਂਕਿ ਉਹ ਵੱਖਰੇ ਵਿਚਾਰ ਦੇ ਸੀ, ਟਰਾਈਬਲ ਖੇਤਰ ਦੇ ਵਿੱਚ ਕੰਮ ਕਰਦੇ ਸੀ, ਗਰੀਬ ਲੋਕਾਂ ਦੀ ਮਦਦ ਕਰਦੇ ਸੀ, ਪਰ BJP ਦੀ ਵਿਚਾਰਧਾਰਾ ਦੇ ਖਿਲਾਫ ਸੀ। ਇਸੇ ਤਰ੍ਹਾਂ ਇਹ ਮੁਸਲਿਮ ਨੇ, ਘੱਟ ਗਿਣਤੀਆਂ ਨੇ, ਬਾਕੀ ਲੋਕ ਨੇ, ਉਹਨਾਂ ਦਾ ਇਹ ਕੰਮ ਕਰ ਰਹੇ ਨੇ। ਹੁਣ ਸਾਡੇ ਉਹਦੇ 'ਚ ਲਈ ਚੈੱਕ ਐਂਡ ਬੈਲੈਂਸ ਹੁੰਦੇ ਨੇ। ਜਦੋਂ ਕੋਈ ਗੌਰਮੈਂਟ ਸੱਤਾ ਬੇਲਕਾਮ ਹੋ ਜੇ ਤਾਂ ਸਾਡੇ ਸਿਸਟਮ 'ਚ ਵੀ ਚੈੱਕਸ ਐਂਡ ਬੈਲੈਂਸ ਨੇ। ਅਸੀਂ ਸੁਪਰੀਮ ਕੋਰਟ ਬਣਾਈ, ਹਾਈ ਕੋਰਟ ਬਣਾਈ, ਉਹਨਾਂ ਨੂੰ ਉਸ ਪੱਧਰ ਦੇ ਉੱਤੇ ਤਾਕਤਾਂ ਦਿੱਤੀਆਂ ਕਿ ਤੁਸੀਂ ਜੇ ਕੋਈ ਗਲਤ ਚੱਲਦਾ ਤਾਂ ਤੁਸੀਂ ਉਹਦੇ ਨਹੀਂ। ਬਿਲਕੁਲ। ਅਸੀਂ ਹੋਰ ਸੰਵਿਧਾਨਕ ਸੰਸਥਾਵਾਂ ਬਣਾਈਆਂ, ਜਿਹੜੀਆਂ ਸੰਸਥਾਵਾਂ ਇਹ ਸੀ ਕਿ ਉਹ ਨਿਰਪੱਖਤਾ ਨਾਲ ਕੰਮ ਕਰਨਗੀਆਂ। ਜੀ, ਉਹਨਾਂ 'ਚੋਂ ਵੀ ਵੱਡੀ ਜਿਹੜੀ ਸਾਡੇ ਸਾਹਮਣੇ ਕੋਲੇ ਆ, ਇੱਕ ਪਾਰਲੀਮੈਂਟ ਹੈ। ਪਾਰਲੀਮੈਂਟ ਜਦੋਂ ਕੰਮ ਕਰਦੀ ਹੈ ਉਦੋਂ ਸਰਕਾਰ ਨੂੰ ਜਵਾਬਦੇਹ ਬਣਾਉਂਦੀ ਹੈ, MP ਸਵਾਲ ਪੁੱਛਦੇ ਨੇ। ਪਰ ਪਾਰਲੀਮੈਂਟ ਸਦਾ ਨਹੀਂ ਸੱਤਾ ਉਹਦੇ 'ਚ ਰਹਿੰਦੀ ਸੈਸ਼ਨ ਦੇ ਵਿੱਚ। ਜਿਹੜੀਆਂ ਪਾਰਲੀਮੈਂਟਰੀ ਕਮੇਟੀਆਂ ਨੇ, ਇਹ ਸਭ ਤੋਂ ਵੱਡਾ ਹਥਿਆਰ ਨੇ ਗੌਰਮੈਂਟਾਂ 'ਤੇ ਚੈੱਕ ਦਾ, ਜਾਂ ਸਾਡੇ ਸਿਸਟਮ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੇ ਪਾਰਲੀਮੈਂਟਰੀ ਕਮੇਟੀਆਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਕਮੇਟੀ ਹੈ ਪਬਲਿਕ ਅਕਾਊਂਟਸ ਕਮੇਟੀ, ਜੀ, ਜਿਹੜੀ ਲੋਕ ਲੇਖਾ ਕਮੇਟੀ ਕਹਿੰਦੇ ਨੇ ਕਿ ਤੁਸੀਂ ਕੀ ਕਰਦੇ ਹੋ, ਕਿੰਨਾ ਲਾਸ ਕਰਦੇ ਹੋ, ਕਿੰਨਾ ਨਹੀਂ ਹੈ। ਨਾਰਮਲੀ ਪਬਲਿਕ ਅਕਾਊਂਟਸ ਕਮੇਟੀਆਂ ਦੇ ਵਿੱਚ ਖਾਸ ਤੌਰ 'ਤੇ ਜਿਹੜੀਆਂ ਮਹੱਤਵਪੂਰਨ ਕਮੇਟੀਆਂ ਨੇ, ਇਹਨਾਂ ਦਾ ਜਿਹੜਾ ਮੁਖੀ ਹੈ, ਜਿਹੜਾ ਚੇਅਰਮੈਨ ਹੈ, ਉਹ ਆਪੋਜੀਸ਼ਨ 'ਚ ਹੁੰਦਾ ਜੀ। ਇਸ ਲਈ ਜਦੋਂ ਬਣਾਇਆ ਗਿਆ ਤੇ ਉਦੋਂ ਤਾਂ ਲਾਇਆ ਜਾਂਦਾ ਸੀ ਕਿ ਜੇ ਸੱਤਾਧਾਰੀ ਧਿਰ ਦਾ ਲਾ ਦੋਗੇ ਤੇ ਸ਼ਾਇਦ ਔਲਾਰ ਹੋਏਗਾ ਜੀ। ਤੇ ਹੁਣ ਜਿਹੜੀ ਕੱਲ ਮੀਟਿੰਗ ਹੋਣੀ ਸੀ, ਇੱਕ ਬੜੇ ਲੰਮੇ ਸਮੇਂ ਬਾਅਦ ਹੋਣੀ ਸੀ। ਜਦੋਂ ਆ ਦੁਬਾਰਾ PAC ਬਣਾਈ ਹੈ, ਉਦੋਂ ਪਹਿਲੀ ਵਾਰ ਮੀਟਿੰਗ ਹੋ ਰਹੀ ਹੈ ਕਿਉਂਕਿ ਕਰੋਨਾ ਚੱਲਦਾ ਸੀ ਤੇ ਮੀਟਿੰਗ ਨਹੀਂ ਹੋਈ। ਪਹਿਲੀ ਵਾਰ ਮੀਟਿੰਗ ਹੋ ਰਹੀ ਸੀ। ਉਹਦੇ 'ਚ ਜਿਹੜਾ ਕਾਂਗਰਸ ਦਾ MP ਹੈ ਬੰਗਾਲ ਤੋਂ, ਅਧੀਰ ਰੰਜਨ ਚੌਧਰੀ, ਪਹਿਲਾਂ ਉਹ ਗਰੁੱਪ ਦਾ ਲੀਡਰ ਵੀ ਰਿਹਾ ਲੋਕ ਸਭਾ ਦੇ ਵਿੱਚ, ਉਹ ਚੇਅਰਮੈਨ ਹੈ। ਉਹਨੇ ਇੱਕ ਪ੍ਰਪੋਜ਼ਲ ਰੱਖੀ ਕਿ ਦੇਸ਼ ਦੇ ਵਿੱਚ ਜਿਹੜਾ ਕਰੋਨਾ ਦੇ ਪੂਰੇ ਹਾਲਾਤ ਨੇ, ਤੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ PAC ਨੂੰ ਬੈਠ ਕੇ। ਤੇ ਜਿਹੜੀ ਕੋਵਿਡ ਪਾਲਿਸੀ ਹੈ, ਉਹਦੇ 'ਚ ਆਰਥਿਕਤਾ ਵੀ ਆਉਂਦੀ ਹੈ, ਉਹ 'ਚ ਬਾਕੀ ਵੀ ਉਹਦੇ 'ਤੇ ਪਾਲਿਸੀ 'ਤੇ ਵੀ ਡਿਸਕਸ ਕਰਨੀ ਚਾਹੀਦੀ ਹੈ। ਪਰ ਜਿਵੇਂ ਆਮ ਹੁੰਦਾ ਕਿ ਗੁੰਡਾਗਰਦੀ ਕਰੋ, ਗਲ ਪੈ ਜਾਓ, ਉਹਦੇ 'ਚ BJP ਦੇ, ਜਨਤਾ ਦਲ ਯੂਥ ਅਤੇ ਜਿਹੜੇ ਉਹਨਾਂ ਦੇ ਨਾਲ ਸੀਗੇ, ਉਹ ਚੱਕ ਕੇ ਸਗੋਂ ਦੋਲਟ ਹੋ ਗਏ ਕਿ ਇਹ ਤੁਸੀਂ ਕਿਵੇਂ ਕਰ ਸਕਦੇ ਹੋ, ਤਾਂ ਚਰਚਾ ਹੀ ਨਹੀਂ ਹੋ ਸਕਦੀ ਕਿਸੇ ਵੀ ਗੱਲ 'ਤੇ। ਕਿਸੇ ਵੀ ਗੱਲ 'ਤੇ ਚਰਚਾ ਦਾ ਉਹਨੂੰ ਥ੍ਰੈਟ ਕਰਨਾ। ਉਹ ਕਹਿੰਦਾ ਫਿਰ ਮੈਂ ਚੇਅਰਮੈਨ ਹੀ ਛੱਡ ਦਿੰਦਾ, ਜੇਕਰ ਤੁਸੀਂ ਚੇਅਰਮੈਨ ਦੇ ਕਹੇ 'ਤੇ ਕੋਈ ਏਜੰਡਾ ਵੀ ਡਿਸਕਸ ਨਹੀਂ ਕਰਦੇ ਤਾਂ ਤੁਸੀਂ ਕਰੋਗੇ ਕੀ। ਵੈਸੇ ਤਾਂ ਇਹ ਡਿਮਾਂਡ ਕਰ ਰਹੇ ਸੀ ਲੋਕ ਕਿ ਚਾਹੇ ਕਿਸਾਨ ਅੰਦੋਲਨ ਹੈ ਸਾਡੇ ਸਾਹਮਣੇ, ਚਾਹੇ ਕਰੋਨਾ ਹੈ, ਤੁਸੀਂ ਪਾਰਲੀਮੈਂਟ ਦੇ ਵਿੱਚ ਬੈਠ ਕੇ ਚਰਚਾ ਕਿਉਂ ਨਹੀਂ ਕਰਦੇ ਕਿ ਐਡੀ ਵੱਡੇ ਸੰਕਟ ਨੇ, ਇਹਨਾਂ ਨੂੰ ਆਪਾਂ ਕਿਵੇਂ ਟਾਲ ਸਕਦੇ ਹਾਂ। ਤੁਹਾਨੂੰ ਚੁਣਿਆ ਕਾਹਦੇ ਵਾਸਤੇ ਹੈ? ਜੇ ਤੁਸੀਂ ਲੋਕਾਂ ਦੀ ਰਾਏ ਨਹੀਂ ਲਓਗੇ, ਬਾਕੀ ਡਿਫਰੈਂਟ ਪਾਰਟੀਆਂ ਨੂੰ ਆਪਣੇ ਕੌਨਫੀਡੈਂਸ 'ਚ ਨਹੀਂ ਲਓਗੇ, ਭਰੋਸੇ 'ਚ ਨਹੀਂ ਲਓਗੇ, ਤਾਂ ਤੁਸੀਂ ਕਿਵੇਂ ਕਰੋਗੇ? ਪਰ ਭਰੋਸਾ ਉਹ ਤਾਂ ਇੱਕ ਟੀਮ ਜਿਹੜੀ ਪਾਰਲੀਮੈਂਟਰੀ ਕਮੇਟੀ ਦੀ ਹੈ, ਉਹਦੇ 'ਚ ਚਰਚਾ ਕਰਾਉਣ ਲਈ ਤਿਆਰ ਨਹੀਂ। ਤਾਂ ਇਹਦੇ 'ਚੋਂ ਇੱਕ ਮਾਈਂਡ ਸੈੱਟ ਪਤਾ ਚੱਲਦਾ ਕਿ ਉਹ ਜਿਹੜੀਆਂ ਰਿਪੋਰਟਾਂ ਨੇ, ਉਹਨੂੰ ਇਹ ਸੱਚ ਸਾਬਤ ਕਰ ਰਹੇ ਨੇ ਕਿ ਦੇਸ਼ 'ਚ ਅਰਧ ਜਮਹੂਰੀਅਤ ਰਹਿ ਗਈ ਹੈ, ਅਰਧ ਆਜ਼ਾਦ ਦੇਸ਼ ਰਹਿ ਗਿਆ। ਤੇ ਬਾਕੀ ਬਾਰ-ਬਾਰ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਤੁਸੀਂ ਉਹਨਾਂ ਫੋਰਮ, ਉਹ ਮੰਚ, ਉਹ ਪਲੇਟਫਾਰਮ, ਜਿਹੜੇ ਪਲੇਟਫਾਰਮਾਂ 'ਤੇ ਖੁੱਲ੍ਹ ਕੇ ਗੱਲ ਹੋ ਸਕਦੀ ਹੈ, ਲੋਕ ਆਪਣੇ ਵਿਚਾਰਾਂ ਦੀ ਪ੍ਰਗਟਾਵਾ ਕਰ ਸਕਦੇ ਨੇ, ਸਰਕਾਰ ਦੇ ਖਿਲਾਫ ਹੋਵੇ ਜਾਂ ਪੱਖ 'ਚ ਹੋਵੇ, ਇਹਨੂੰ ਬਿਨਾਂ ਸਾਈਡ 'ਤੇ ਰੱਖੇ ਤੁਸੀਂ ਉਹ ਪਲੇਟਫਾਰਮ ਕਮਜ਼ੋਰ ਕਰ ਰਹੇ ਹੋ, ਉਹਨਾਂ ਪਲੇਟਫਾਰਮਾਂ ਨੂੰ ਮਾਰ ਰਹੇ ਹੋ। ਇਸ ਕਰਕੇ ਤਾਨਾਸ਼ਾਹੀ ਰੂਪ ਵੱਲ ਨੂੰ ਤੁਸੀਂ
ਅਣਐਲਾਨੀ ਐਮਰਜੈਂਸੀ ਵੱਲ ਜਿਹੜਾ ਦੇਸ਼ ਨੂੰ ਲਿਜਾ ਰਹੇ ਹੋ, ਇਹ ਹੋਰ ਵੀ ਜ਼ਿਆਦਾ ਖਤਰਨਾਕ ਹੋਏਗਾ। ਉਹ 'ਚੋਂ ਫਿਰ ਰਿਵੋਲਟ ਪੈਦਾ ਹੁੰਦੇ ਨੇ। ਤੁਸੀਂ ਲੋਕਾਂ ਦੀ ਜ਼ੁਬਾਨ ਨੂੰ ਹਮੇਸ਼ਾ ਬੰਦ ਨਹੀਂ ਕਰ ਸਕਦੇ। ਇਹ ਸਾਰੇ ਤਿੰਨੇ ਚਾਰੇ ਘਟਨਾਵਾਂ ਜਿਹੜੀਆਂ ਆ 1-2 ਦਿਨਾਂ 'ਚ ਵਾਪਰ ਰਹੀਆਂ ਨੇ, ਇਹ ਬਹੁਤ ਖਤਰਨਾਕ ਸੰਕੇਤ ਦੇ ਰਹੀਆਂ ਨੇ। ਇਹਦੇ ਵਾਸਤੇ ਸਮੁੱਚੀਆਂ ਵਿਰੋਧੀ ਧਿਰਾਂ, ਪੋਲੀਟੀਕਲ ਨੇ ਚਾਹੇ, ਇਹਦੇ ਵਾਸਤੇ ਸਮੁੱਚੇ ਜਨਤਕ ਜਥੇਬੰਦੀਆਂ, ਬੌਧਿਕ ਤਬਕਾ ਤੇ ਹੋਰ ਸਾਰੇ ਲੋਕਾਂ ਨੂੰ ਗੰਭੀਰਤਾ ਨਾਲ ਸੋਚ ਕੇ ਸਟੈਂਡ ਕਰਨਾ ਪਏਗਾ, ਤਾਂ ਜਮਹੂਰੀਅਤ ਬਚਣੀ ਹੈ। ਨਹੀਂ ਤਾਂ ਜਮਹੂਰੀਅਤ ਜਿਹੜੀ ਹੈ ਉਹ ਲਗਾਤਾਰ ਉਹਦੇ 'ਚ ਕਟੌਤੀ ਹੁੰਦੀ ਜਾ ਰਹੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।